ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾਰਣ ਕਰਤਾ ਜੋ ਕਰੈ, ਸਿਰ ਧਰ ਮਨ ਕਰੈ ਸ਼ੁਕਰਾਣਾ, 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 ਸ਼ੁਕਰਾਨਾ, 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 ਸ਼ੁਕਰਾਨਾ। कबीर चरण कमल की मौज को कहो कैसे अनुमान, कहबे को शोभा नहीं, देखा ही परवान। चरण कमल गुरुदेव प्यारी, चरण कमल गुरुदेव प्यारे, चरण कमल गुरुदेव प्यारे। पूज्य है संत हर प्रीत प्यारे, पूज्य है संत हर प्रीत प्यारे, चरण कमल गुरुदेव प्यारे, चरण कमल गुरुदेव प्यारे।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਜੀ 1796 ਵਿੱਚ ਸ਼ਾਹ ਜ਼ਮਾਨ ਤੀਸਰੀ ਵਾਰ ਹਿੰਦੁਸਤਾਨ ਤੇ ਹਮਲਾ ਕਰਦਾ ਹੈ ਔਰ ਲਾਹੌਰ ਵਿੱਚ ਦਾਖਲ ਹੋ ਕੇ ਲਾਹੌਰ ਤੇ ਕਬਜ਼ਾ ਕਰ ਲੈਂਦਾ ਹੈ। ਲਾਹੌਰ ਤੇ ਪੰਗੀ ਮਿਸਲ ਵਾਲਿਆਂ ਦਾ ਕਬਜ਼ਾ ਸੀ ਉਦੋਂ, ਪਰ ਉਹਨਾਂ ਨੇ ਮੁਕਾਬਲਾ ਨਹੀਂ ਕੀਤਾ। ਰਣਜੀਤ ਸਿੰਘ ਆਪਣੀ ਸੱਸ ਬੀਬਾ ਸਦਾ ਕੌਰ ਜੋ ਕਨਈਆ ਮਿਸਲ ਦੀ ਇਸ ਵੇਲੇ ਇੰਚਾਰਜ ਹੈ, ਸਰਦਾਰਨੀ ਹੈ, ਰਣਜੀਤ ਸਿੰਘ ਨੇ ਸਰਬੱਤ ਖਾਲਸੇ ਨੂੰ ਅੰਮ੍ਰਿਤਸਰ ਇਕੱਠੇ ਹੋਣ ਲਈ ਆਖਿਆ। ਉੱਥੇ ਕਨਈਆ ਮਿਸਲ, ਨਕਈ ਮਿਸਲ, ਸ਼ੁਕਰ ਚੱਕੀਆ ਮਿਸਲ, ਆਲੂ ਵਾਲੀ ਮਿਸਲ ਇਕੱਠੇ ਹੋਏ। ਪਟਿਆਲੇ ਦੀ ਮਿਸਲ ਨਹੀਂ, ਬਾਕੀ ਜੋ ਮਿਸਲਾਂ ਸਨ ਉਹ ਬਹੁਤ ਛੋਟੀਆਂ ਸਨ। ਔਰ ਇੱਥੇ ਗੁਰਮਤਾ ਪਾਸ ਹੋਇਆ ਕਿ ਸ਼ਾਹ ਜ਼ਮਾਨ ਨਾਲ ਦੋ ਹੱਥ ਕੀਤੇ ਜਾਣ। ਸੋ ਅਕਾਲ ਤਖਤ ਸਾਹਿਬ ਅਰਦਾਸ ਕਰਕੇ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਸਾਰੀਆਂ ਫੌਜਾਂ ਲਾਹੌਰ ਨੂੰ ਰਵਾਨਾ ਹੋਈਆਂ।
ਇੰਨੇ ਚਿਰ ਨੂੰ ਕੀ ਹੋਇਆ ਕਿ ਸ਼ਾਹ ਜ਼ਮਾਨ ਨੂੰ ਪਤਾ ਲੱਗਾ ਕਿ ਕਾਬਲ ਵਿੱਚ ਉਸ ਦੇ ਭਰਾ, ਉਸ ਦਾ ਭਰਾ ਮਹਿਮੂਦ ਬਗਾਵਤ ਕਰਨ ਲਈ ਤਿਆਰ ਹੈ ਤੇ ਉਸਨੇ ਕਾਬਲ ਤੇ ਕਬਜ਼ਾ ਕਰ ਲੈਣਾ, ਜਿਹਦੇ ਤੇ ਕਿ ਸ਼ਾਹ ਜ਼ਮਾਨ ਦਾ ਕਬਜ਼ਾ ਸੀ। ਇਹ ਸੁਣ ਕੇ ਸ਼ਾਹ ਜ਼ਮਾਨ ਇੱਕ ਜਲਦੀ ਨਾਲ ਵਾਪਸ ਕਾਬਲ ਮੁੜ ਗਿਆ ਔਰ ਉਸਨੇ ਆਪਣੀ ਫੌਜ ਪਿੱਛੇ ਰਹਿਣ ਦਿੱਤੀ, ਜਿਸ ਦਾ ਜਰਨੈਲ ਸ਼ਹਿਨਾਚੀ ਸੀ। ਖਾਲਸਾ ਫੌਜ ਲਾਹੌਰ ਤੇ ਦਾਵਾ ਕੀਤਾ। ਸ਼ਹਿਨਾਚੀ ਬਹੁਤ ਹੰਕਾਰ ਵਿੱਚ ਸੀ ਕਿ ਉਹ ਸਿੱਖਾਂ ਨੂੰ ਸਬਕ ਸਿਖਾਉਣ ਆਇਆ ਹੈ। ਉਹ ਬਹੁਤ ਬੁਰੀ ਤਰ੍ਹਾਂ ਹਾਰਿਆ, ਬਹੁਤ ਨੁਕਸਾਨ ਹੋਇਆ ਉਸਦਾ, ਤੇ ਉਹ ਸਭ ਕੁਝ ਲੁਟਾ ਕੇ ਵਾਪਸ ਅਫਗਾਨਿਸਤਾਨ ਚਲੇ ਗਿਆ। ਇਸ ਤੋਂ 1 ਸਾਲ ਬਾਅਦ ਰਣਜੀਤ ਸਿੰਘ ਜਦੋਂ 17 ਸਾਲ ਦੀ ਉਮਰ ਹੈ, ਸ਼ਾਹ ਜ਼ਮਾਨ ਨੇ ਫਿਰ ਚੌਥਾ ਹਮਲਾ ਕੀਤਾ। ਪਿਛਲੇ ਸਾਲ ਵਾਂਗੂ ਐਤਕੀ ਫਿਰ ਸਰਬੱਤ ਖਾਲਸਾ ਅੰਮ੍ਰਿਤਸਰ ਸਾਹਿਬ ਇਕੱਠਾ ਹੋਇਆ ਔਰ ਪਿਛਲੇ ਸਾਲ ਵਾਂਗੂ ਹੀ ਅਰਦਾਸ ਕਰਕੇ ਲਾਹੌਰ ਵੱਲ ਵਧਿਆ। ਸ਼ਾਹ ਜ਼ਮਾਨ ਨੇ ਆਉਂਦਿਆਂ ਹੀ ਆਪ ਤੇ ਸ਼ਾਹੀ ਕਿਲੇ ਤੇ ਕਬਜ਼ਾ ਕਰ ਲਿਆ ਲਾਹੌਰ, ਤੇ ਆਪਣੀ ਫੌਜ ਦਾ ਇੱਕ ਵੱਡਾ ਦਸਤਾ ਅੰਮ੍ਰਿਤਸਰ ਸਾਹਿਬ ਵੱਲ ਤੋਰਿਆ। ਖਾਲਸਾ ਫੌਜ ਜਦੋਂ ਲਾਹੌਰ ਵੱਲ ਨੂੰ ਜਾ ਰਹੀ ਤਾਂ ਇਹਨਾਂ ਨੂੰ ਅੱਗੋਂ ਆਉਂਦਾ ਉਹ ਦਸਤਾ ਮਿਲਿਆ। ਲੜਾਈ ਹੋਈ, ਉਹ ਟਿਕ ਨਾ ਸਕੇ, ਖਾਲਸਾ ਫੌਜਾਂ ਦੇ ਸਾਹਮਣੇ ਵਾਪਸ ਦੌੜ ਗਏ ਲਾਹੌਰ ਨੂੰ। ਰਣਜੀਤ ਸਿੰਘ ਨੇ ਬਹੁਤ ਤੇਜ਼ੀ ਨਾਲ ਉਹਨਾਂ ਦਾ ਪਿੱਛਾ ਕੀਤਾ ਤੇ ਲਾਹੌਰ ਸ਼ਾਹੀ ਕਿਲੇ ਨੂੰ ਘੇਰ ਲਿਆ। ਐਤਕੀ ਫਿਰ 17 ਸਾਲਾਂ ਦੇ ਰਣਜੀਤ ਸਿੰਘ ਨੂੰ ਹੀ ਸਾਰੀਆਂ ਮਿਸਲਾਂ ਦੇ ਫੌਜਾਂ ਦਾ ਕਮਾਂਡਰ ਬਣਾਇਆ ਗਿਆ ਸੀ। ਲਾਹੌਰ ਸ਼ਾਹੀ ਕਿਲੇ ਨੂੰ ਘੇਰਾ ਪਾ ਲਿਆ ਗਿਆ। ਪਰ ਸ਼ਾਹ ਜ਼ਮਾਨ ਕਿਲੇ ਦੇ ਵਿੱਚ ਹੀ ਰਿਹਾ, ਬਾਹਰ ਲੜਨ ਲਈ ਨਹੀਂ ਆਇਆ। ਫਿਰ 3 ਵਾਰ ਰਣਜੀਤ ਸਿੰਘ ਇਕੱਲੇ ਨੇ ਘੋੜੇ ਤੇ ਚੜ੍ਹ ਕੇ, ਜਦੋਂ ਆਪਾਂ ਪਿਛਲੀ ਵਾਰ ਗਏ ਸੀ ਜੀ ਪਾਕਿਸਤਾਨ, ਤੇ ਗੁਰਦੁਆਰਾ ਦੇਰਾ ਸਾਹਿਬ ਦੇ ਨਾਲ ਹੀ ਹੈ ਸ਼ਾਹੀ ਕਿਲਾ, ਤੇ ਉਸ ਦੇ ਕਿਲੇ ਦੇ ਉੱਤਰ ਵਾਲੇ ਪਾਸੇ ਵੱਡਾ ਸਾਰਾ ਬੁਰਜ ਹੈ। ਇੰਨਾ ਵੱਡਾ ਤਾਂ ਨਹੀਂ, ਪਰ ਉਹਨਾਂ ਜ਼ਮਾਨਿਆਂ 'ਚ ਵੱਡਾ ਸੀ। ਉਸ ਨੂੰ ਸੁਮਨ ਬੁਰਜ ਆਖਦੇ। ਉਹ ਕਿਲੇ ਦੇ ਉੱਤਰ ਵਾਲੇ ਪਾਸੇ ਹੈ, ਤੇ ਆਮ ਕਰਕੇ ਰਾਜਾ ਉਸ ਬੁਰਜ ਦੇ ਵਿੱਚ ਜਾਂ ਬੁਰਜ ਦੇ ਕੋਲ ਹੇਠਾਂ ਉਸ ਦਾ ਤਖਤ ਹੁੰਦਾ ਸੀ। ਰਣਜੀਤ ਸਿੰਘ ਨੇ 3 ਵਾਰ ਇਕੱਲੇ ਨੇ ਸੁਮਨ ਬ੍ਰਿਜ ਦੇ ਕੋਲ ਜਾ ਕੇ ਸੁਮਨ ਬ੍ਰਿਜ ਤੇ ਨਿਸ਼ਾਨੇ ਬੰਨ੍ਹ ਕੇ ਗੋਲੀਆਂ ਮਾਰੀਆਂ,
ਤੇ ਕਿਹਾ ਕਿ ਸ਼ਾਹ ਜ਼ਮਾਨ ਅਹਿਮਦ ਸ਼ਾਹ ਅਬਦਾਲੀ ਦਾ ਪੋਤਰਾ ਸੀ ਤੇ ਅਬਦਾਲੀ ਨੇ ਅੰਮ੍ਰਿਤ ਹਰਿਮੰਦਰ ਸਾਹਿਬ ਢਾਇਆ ਸੀ। ਤੇ ਰਣਜੀਤ ਸਿੰਘ ਨੇ ਸੁਮਨ ਬ੍ਰਿਜ ਦੇ ਬਿਲਕੁਲ ਕੋਲ ਹੇਠਾਂ ਜਾ ਕੇ 3 ਵਾਰ ਵੰਗਾਰਿਆ ਕਿ ਅਬਦਾਲੀ ਦੇ ਪੋਤਰੇ ਚੜ੍ਹਤ ਸਿੰਘ ਦਾ ਪੋਤਰਾ ਆਇਆ ਹੈ। ਬਾਹਰ ਨਿਕਲ ਕੇ 2 ਹੱਥ ਕਰ, ਮੈਂ ਬਿਲਕੁਲ ਇੱਥੇ ਤੇਰੇ ਕੋਲ ਆਇਆ ਹੋਇਆ ਹਾਂ, ਸੁਮਨ ਬ੍ਰਿਜ ਦੇ ਹੇਠਾਂ ਕੋਲ, ਸੁਮਨ ਬੁਰਜ। 3 ਵਾਰ ਹੀ ਸ਼ਾਹ ਜ਼ਮਾਨ ਬਾਹਰ ਨਹੀਂ ਆਇਆ, ਨਾ ਫੌਜਾਂ ਬਾਹਰ ਆਈਆਂ। ਖਾਲਸਾ ਫੌਜਾਂ ਨੇ ਘੇਰਾ ਪਾਇਆ ਹੋਇਆ ਹੈ ਕਿਲੇ ਨੂੰ। ਸ਼ਾਹ ਜ਼ਮਾਨ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਕਿ ਰਣਜੀਤ ਸਿੰਘ ਦੇ ਨਾਲ ਦੇ ਜੋ ਸਿੱਖ ਸਰਦਾਰ ਹਨ ਹੋਰਨਾਂ ਮਿਸਲਾਂ ਦੇ, ਉਹਨਾਂ ਨੂੰ ਖਰੀਦ ਲਿਆ ਜਾਵੇ। ਉਹਨਾਂ ਨੂੰ ਲਾਲਚ ਦਿੱਤੇ ਕਿ ਤੁਹਾਡੀਆਂ ਜਿੰਨੀਆਂ ਰਿਆਸਤਾਂ ਹਨ ਇਹਨਾਂ ਨਾਲੋਂ ਬਹੁਤ ਵੱਡੀਆਂ ਰਿਆਸਤਾਂ ਮੈਂ ਤੁਹਾਨੂੰ ਦਿਆਂਗਾ ਤੇ ਤੁਸੀਂ ਘੇਰਾ ਚੁੱਕ ਲਓ। ਪਰ ਜਦੋਂ ਬਿਲਕੁਲ ਨਾਕਾਮਯਾਬ ਹੋਇਆ ਸਿੱਖਾਂ ਨੂੰ ਤੋੜਨ ਵਿੱਚ, ਤੇ ਫਿਰ ਉਹ ਇੱਕਦਮ ਚੁਪਕੇ ਜਿਹਾ ਵਾਪਸ ਕਾਬਲ ਨੂੰ ਨਿਕਲ ਗਿਆ। ਕਾਫੀ ਚਿਰ ਘੇਰਾ ਪਿਆ ਰਿਹਾ। ਰਣਜੀਤ ਸਿੰਘ ਨੇ ਅੰਦਰ ਜਾਣ ਵਾਲੀ ਰਸਤ ਵੀ ਬੰਦ ਕਰ ਦਿੱਤੀ ਸੀ। ਸੋ ਸ਼ਾਹ ਜ਼ਮਾਨ ਨੂੰ 2 ਹੀ ਰਸਤੇ ਸਨ, ਜਾਂ ਬਾਹਰ ਆ ਕੇ ਲੜਦਾ ਤੇ ਜਾਂ ਚੋਰੀ ਦੌੜ ਜਾਂਦਾ ਅਫਗਾਨਿਸਤਾਨ। ਸ਼ਾਹ ਜ਼ਮਾਨ ਜਲਦੀ ਨਾਲ ਵਾਪਸ ਮੁੜ ਗਿਆ। ਬਾਕੀ ਸਾਰੀਆਂ ਰਿਆਸਤਾਂ ਦੇ ਫੌਜਾਂ ਤੇ ਸਿੱਖ ਸਰਦਾਰ ਤੇ ਇੱਥੋਂ ਆਪੋ ਆਪਣੀਆਂ ਰਿਆਸਤਾਂ ਨੂੰ ਚਲੇ ਗਏ। ਪਰ ਰਣਜੀਤ ਸਿੰਘ ਆਪਣੇ ਜਥੇ ਨਾਲ ਸ਼ਾਹ ਜ਼ਮਾਨ ਦਾ ਪਿੱਛਾ ਕਰਦਾ ਰਿਹਾ, ਉਸ ਦੇ ਪਾਸੋਂ ਸਾਰਾ ਸਮਾਨ ਲੁੱਟਦਾ ਰਿਹਾ, ਜੇਹਲਮ ਦਰਿਆ ਤੱਕ ਉਸ ਦਾ ਪਿੱਛਾ ਕੀਤਾ। ਸ਼ਾਹ ਜ਼ਮਾਨ ਅੱਗੇ ਅੱਗੇ ਦੌੜ ਰਿਹਾ ਹੈ ਤੇ ਰਣਜੀਤ ਸਿੰਘ ਦੇ ਫੌਜ ਪਿੱਛੇ। ਇਸ ਕਾਰਨਾਮੇ ਨੇ ਸ਼ੁਕਰ ਚੱਕੀਆ ਮਿਸਲ ਨੂੰ ਸਾਰੀਆਂ ਮਿਸਲਾਂ ਦੇ ਵਿੱਚੋਂ ਉੱਚਾ ਕਰ ਦਿੱਤਾ। ਤੇ ਹੁਣ ਇਸ ਸਾਰੇ ਇਲਾਕੇ ਦਾ ਮਾਲਕ ਜ਼ੇਲਮ ਤੱਕ ਰਣਜੀਤ ਸਿੰਘ ਬਣ ਗਿਆ। ਇਸ ਤੋਂ ਅੱਗੇ ਕੱਲ ਨੂੰ ਵਿਚਾਰਾਂਗੇ। अंतर गाँव बाहर गाँव, हृदय पे ध्यान रखना। Please let us become focused at the heart area while keeping Vaheguru Shabad in our consciousness, in our surti, and become very silent and feel the presence of God in the heart area,
in the center of the chest, moving, revolving in an anti-clockwise direction. बहुत शांत होके बैठना जी। सुरती विच वाहिगुरु शब्द ते हिरदे विच वर्तमान दी गली जो दिल दे लैवल ते उत्थे आउणा जी। Come in the street of the present, which is, if we draw a line from the throat to the navel point and then extend it to the extremities on both ends, this is the street of the present. ਤੇ ਵਰਤਮਾਨ ਦੀ ਗਲੀ ਜਿਹੜੀ ਕਿ ਜੇ ਆਪਾਂ ਸੀਸ ਦੇ ਤੁਰ ਉੱਪਰ ਤੋਂ ਲੈ ਕੇ ਮਸਤਕ ਦੇ ਵਿਚਕਾਰ ਹੁੰਦਿਆਂ ਹੋਇਆਂ ਪਰਵੱਟਿਆਂ ਦੇ ਵਿਚਕਾਰ, ਨੱਕ ਦੇ ਉੱਪਰੋਂ ਦੀ, ਹੋਠਾਂ ਦੇ ਵਿਚਕਾਰ, ਗਲੇ ਦੇ ਵਿੱਚੋਂ ਦੀ ਜੋ ਡੂੰਘਾ ਜਿਹਾ ਥਾਂ ਹੇਠਾਂ ਨੂੰ ਨਾਭੀ ਤੇ ਫਿਰ ਤੁਰ ਹੇਠਾਂ, ਇਹ ਵਰਤਮਾਨ ਦੀ ਗਲੀ। ਇੱਥੇ ਜੇ ਆਪਾਂ ਧਿਆਨ ਲਾਈਏ ਤੇ ਆਪਾਂ ਵਰਤਮਾਨ ਵਿੱਚ ਆ ਜਾਂਦੇ ਹਾਂ। ਸੋ ਇਸ ਗਲੀ ਤੇ ਦਿਲ ਵਾਲੇ ਲੈਵਲ ਤੇ ਬਹੁਤ ਚੰਗੀ ਤਰ੍ਹਾਂ ਉੱਥੇ ਧਿਆਨ ਲਾ ਕੇ ਸੁਰਤੀ 'ਚ ਵਾਹਿਗੁਰੂ ਸ਼ਬਦ ਰੱਖ ਕੇ ਦੇਖਣਾ ਜੀ। ਉੱਥੇ ਪਰਮਾਤਮਾ ਦੀ ਤਾਕਤ ਘੁੰਮਦੀ ਮਹਿਸੂਸ ਹੋਊਗੀ, ਘੁੰਮਦੀ ਘੜੀ ਦੀ ਉਲਟ ਦਿਸ਼ਾ ਵਿੱਚ, ਘੜੀ ਦੀ ਉਲਟ ਦਿਸ਼ਾ ਵਿੱਚ ਘੁੰਮਦੀ। मेरे हृदय वसै मुरारी, मेरे हृदय वसै मुरारी। मेरे हृदय वसै मुरारी। ਉੱਥੇ ਰਹਿ ਕੇ ਗਾਉਣਾ ਜੀ, ਨਾਲੇ ਪਰਮਾਤਮਾ ਨੂੰ ਮਹਿਸੂਸ ਕਰਨਾ। ਲੁੱਕ ਮੋਰ ਕਲੋਜ਼ਲੀ, ਹੋਰ ਧਿਆਨ ਨਾਲ ਦੇਖਣਾ ਜੀ। ਜਿਸ ਤਰ੍ਹਾਂ ਵਾਹ ਬਰੋਲਾ ਫਿਰਦਾ ਹੁੰਦਾ ਉਸ ਤਰ੍ਹਾਂ, ਪਰ ਬਹੁਤ ਬਰੀਕੀ ਨਾਲ ਦੇਖ। ਪਹਿਲਾਂ ਬਹੁਤ ਹਲਕੀ ਜਿਹੀ ਹਾਜ਼ਰੀ ਮਹਿਸੂਸ ਹੋਣੀ, ਬਹੁਤ ਹਲਕੀ ਜਿਹੀ। ਫਿਰ ਜਿਉਂ-ਜਿਉਂ ਆਪਣਾ ਪਿਆਰ ਪਾਓ, ਇਹ ਤਾਕਤ ਦੀ ਹਾਜ਼ਰੀ ਗੂੜੀ ਹੁੰਦੀ ਜਾਏ। मेरे हृदय वसै मुरारी, मेरे हृदय वसै मुरारी। हृदय वसै मुरारी,
मेरे हृदय वसै जी। सतवीं पौड़ी महाराज जी कहते, 7th पौड़ी ऑफ आनंद साहब। आनंद आनंद सब को कहे, आनंद आनंद सब को कहे, आनंद गुरु ते जानिया। महाराज जी कहते जिन्हों पुछो की हाल है, कहता जी आनंद है। महाराज जी कहते सारे कहते है आनंद है, सारे कहते है ठीक ठाक है, बहुत वधिया है, पर असल विच नहीं है वधिया, असल विच नहीं है आनंद। Maharaj ji says, whomsoever you ask, how are you? And nobody is really listening to you, or they just say, I'm fine, Anji, no problem. But Maharaj ji said that they are saying, I'm in bliss, but they are not in bliss. They are not in bliss. कहते सारे कहते हैं कि मैं आनंद विच, आनंद आनंद है, पर आनंद विच हन नहीं। अनहृदित आनंद आनंद सब को कहे, आनंद गुरु ते जानिया। आनंद आनंद सब को कहे, आनंद गुरु ते जानिया। आनंद आनंद सब आनंद गुरु ते जानिया। आनंद गुरु ते जाने। महाराज जी कहते सिर्फ गुरु आनंद विच है। ते आनंद की चीज़ है वो गुरु तो पता लगता है, क्योंकि आदमी कभी आनंद विच जा नहीं सकता। वो गुरु उन्हों लैके जाता है आनंद विच। महाराज जी says that no person on his own can enter into the vicinity of bliss and serenity. Guru lives in bliss and serenity, and Guru can take his disciples to his land. No one can go on their own. So in order to know what bliss is, one has to know the Guru. महाराज जी कहते कि आनंद की हुंदा है, वो गुरु तो पता लगता है, गुरु तो पता लगता, क्योंकि गुरु दे विच परमात्मा वस रहा है, परमात्मा वर्त रहा है, ते परमात्मा निरपौ निर्वैर है। वो आनंद विच है, उन्होंने कोई फिक्र चिंता नहीं। ते परमात्मा गुरु विच वस रहा है,
सो गुरु तो पता लगू गुरु दे कि आनंद की चीज़ होंदी। आनंद गुरु ते जाने। महाराज जी कहते होर शब्द विच कहते सहज आनंद हर साधु माहे। हर साधु, साधु लफ्ज़ गुरबाणी विच जदों भी किते आया है जी गुरु वास्ते आया है, गुरु सतगुरु वास्ते। सहज आनंद हर जिस जब साधु आया तो साध संगत ले आया। सहज आनंद हर साधु माहे। कहते गुरु दे विच सहज ते आनंद है। Maharaj Ji says that bliss and serenity are within the Satguru. सहज आनंद हर साधु माहे। सहज आनंद साधु माहे। सहज आनंद हर साधु माहे। जाके अचिंत वस मन मन आए। अचिंत जिन्हों कोई चिंता नहीं। कहते गुरु दे अंदर वो वसदा है जिन्हों कोई चिंता नहीं, मतलब परमात्मा। कहते कि गुरु दे अंदर परमात्मा वसदा है ते परमात्मा नूं कोई चिंता नहीं, अचिंत, चिंता नहीं है, फिक्र नहीं है, वो सहज विच है, आनंद विच है। पर क्योंकि गुरु दे विच परमात्मा वस रहा, सो गुरु एंड परमात्मा एक ही है। गुर गोबिंद एको जान, गुर परमेश्वर एको जान, गुर परमेश्वर एको जान। गुरु ते परमात्मा एक ही है। गुरु दे विच परमात्मा फर्क सिर्फ इन्ना है कि परमात्मा दी कोई उसकी कोई फॉर्म नहीं है। तो जदों वो कोई किसी शरीर विच हो के किसी फॉर्म विच हो के उपदेश देंदा है परमात्मा, तो उसनूं गुरु आखदे। सिखावनहार परमात्मा। सो परमात्मा दे चार गुण मेन हन, कड़नहार, रखणहार, हाँ जी, कड़नहार, पालनहार, मारनहार, सिखावनहार। सिखाव वो आपां नूं बनाउंदा, आपां नूं पालदा, आपां नूं उपदेश दिंदा ते फिर ये शरीर अपने को ले लैंदा। सो परमात्मा दा वो स्वरूप जिहड़ा उपदेश दिंदा है उसनूं गुरु आखदे। उसनूं ते महाराज जी कहते कि गुरु दे अंदर परमात्मा वसदा ते सहज आनंद हर साधु माए। ते गुरु दे विच सहज आनंद है। आनंद आनंद सबको कहे, आनंद गुरु ते जानिया। जानिया आनंद सदा गुर ते। जानिया आनंद सदा गुर ते। कि गुरु हमेशा ही आनंद विच रहिंदा है। जानिया जानिया। हाउ टू नो? हाउ टू नो?
ਜਿਸ ਤਰ੍ਹਾਂ ਕੱਲ ਗੱਲ ਹੋ ਰਹੀ ਸੀ ਜੀ ਕਿ ਜਦੋਂ ਆਪਾਂ ਆਪਣੇ ਖਿਆਲਾਂ ਵਿੱਚ ਆ ਜਾਂਦੇ ਹਾਂ, ਖਿਆਲ ਆ ਜਾਂਦਾ ਹੈ ਕੋਈ, ਤੇ ਆਪਣੇ ਲਾਗੇ ਭਾਵੇਂ ਗੁਰਬਾਣੀ ਚੱਲ ਰਹੀ ਹੈ, ਭਾਵੇਂ ਕੋਈ ਗੁਰਬਾਣੀ ਪੜ੍ਹ ਰਿਹਾ ਹੈ, ਪਰ ਆਪਾਂ ਆਪਣੇ ਖਿਆਲਾਂ ਵਿੱਚ ਡੁੱਬੇ ਹੋਏ ਹਾਂ। ਆਪਾਂ ਉਹ ਗੁਰਬਾਣੀ ਆਪਾਂ ਨੂੰ ਸ਼ੋ ਨਹੀਂ ਰਹੀ। ਤੇ ਜਦੋਂ ਕਿਤੇ ਅਚਨਚੇਤ ਉਹਦੀ ਬਖਸ਼ਿਸ਼ ਹੋਵੇ, ਉਹ ਕਰਮ ਕਰੇ, ਆਪਾਂ ਨੂੰ ਭੁੱਖ ਹੋਵੇ, ਤੇ ਅਚਨਚੇਤ ਹੀ ਆਪਣੇ ਕੋਲ ਕੋਈ ਗੁਰਬਾਣੀ ਪੜ੍ਹ ਰਿਹਾ, ਅਚਨਚੇਤ ਇੱਕ ਲਾਈਨ ਆਪਾਂ ਨੂੰ ਸੁਣ ਜਾਓ, ਇੱਕ ਲਾਈਨ ਆ ਕੇ ਵੱਜੂਗੀ, ਉਹ ਜਦੋਂ ਲਾਈਨ ਆਪਾਂ ਨੂੰ ਸੁਣ ਜਾਊਗੀ, ਉਸ ਵੇਲੇ ਆਪਣੇ ਕੋਲ ਕੋਈ ਖਿਆਲ ਨਹੀਂ ਹੋਣਾ। ਉਦੋਂ ਆਪਾਂ we are very close to the Guru, because we are alone. We are alone with Gurbani, and Gurbani is Guru. Bani Guru, Guru hai Bani. So when we become empty and there are no thoughts, and a certain line of Gurbani hits us, the Guru comes to us. And we should beg that those moments should become endless. And when Gurbani, a line of Gurbani hits us, we become possessed by that thought. There is no worldly thought in us, and that thought brings us peace, bliss. So we start feeling slowly that how Guru's insides are. How Guru's insides. ਜਦੋਂ ਆਪਾਂ ਆਮ ਕਰਕੇ ਆਪਾਂ ਨੂੰ ਖਿਆਲ ਆਉਂਦੇ ਰਹਿੰਦੇ, ਤੇ ਗੁਰਬਾਣੀ ਬਿਲਕੁਲ ਆਪਾਂ ਨੂੰ ਸੁਣ ਨਹੀਂ ਸਕਦੀ, ਤੇ ਆਪਣੇ ਅੰਦਰ ਆ ਨਹੀਂ ਸਕਦੀ, ਕਿਉਂਕਿ ਆਪਣਾ ਅੰਦਰ ਖਿਆਲਾਂ ਨਾਲ ਭਰਿਆ ਹੋਇਆ। ਉਹਦੀ ਕਿਰਪਾ ਨਾਲ ਭਾਵੇਂ ਗੁਰਬਾਣੀ ਆਪਣੇ ਕੋਲ ਲੱਗੀ ਹੋਈ ਹੈ, ਟੇਪ ਹੈ ਜਾਂ ਕੋਈ ਪੁਰਾਣੀ ਗੁਰਬਾਣੀ ਦਾ ਪਾਠ ਕਰ ਰਿਹਾ, ਭਾਵੇਂ ਉਹ ਕੋਲ ਲੱਗੀ, ਆਪਾਂ ਨੂੰ ਸੁਣੂਗੀ ਨਹੀਂ ਜੇ ਆਪਾਂ ਨੂੰ ਖਿਆਲ ਆ ਰਿਹਾ, ਜੇ ਆਪਾਂ ਸੋਚ ਰਹੇ ਹਾਂ, ਕੁਛ ਵੀ ਸੋਚ ਰਹੇ। ਪਰ ਜੇ ਕਿਤੇ ਉਹਦੀ ਬਖਸ਼ਿਸ਼ ਹੋਵੇ ਤੇ ਥੋੜ੍ਹਾ ਚਿਰ ਲਈ ਵੀ ਆਪਾਂ ਸੋਚਾਂ ਤੋਂ ਖਾਲੀ ਹੋ ਜਾਈਏ, ਉਹ ਧਿਆਨ ਲਾਉਣ ਨਾਲ, ਧਿਆਨ ਲੱਗਾ ਹੋਵੇ ਤੇ ਸੋਚਾਂ ਤੋਂ ਖਾਲੀ ਹੋਈਏ, ਤੇ ਗੁਰਬਾਣੀ ਦੀ ਉਹ ਲਾਈਨ suddenly we would hear a line of ਗੁਰਬਾਣੀ, ਅਚਨਚੇਤ ਇੱਕ ਲਾਈਨ ਗੁਰਬਾਣੀ ਦੀ ਸੁਣੂਗੀ, ਔਰ ਆਪਾਂ ਮਹਿਸੂਸ ਕਰਾਂਗੇ ਕਿ ਮੈਂ ਗੁਰੂ ਦੇ ਬਹੁਤ ਲੱਗ ਗਿਆ, ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਤ ਲੱਗ ਗਿਆ, ਗੁਰੂ ਗ੍ਰੰਥ ਸਾਹਿਬ ਜੀ, ਮੈਂ ਗੁਰਬਾਣੀ ਦੇ ਬਹੁਤ ਲੱਗ ਗਿਆ। You would feel you are one with Gurbani, that Gurbani has entered you into you. ਆਪਾਂ ਨੂੰ ਜਿਹੜੀ ਉਹ ਲਾਈਨ ਸੁਣ ਗਈ, ਉਹਨੇ ਐਸਾ ਜਾਦੂ ਕਰਨਾ ਹੈ ਕਿ ਆਪਾਂ ਨੂੰ ਲੱਗੂ ਕਿ ਤੇ ਮੈਂ ਤੇ ਇੱਕ ਹਾਂ। ਹਾਂਜੀ, ਤੇ ਉਹ ਮੂਮੈਂਟ ਅਸਲੀ ਪਲ ਹੁੰਦਾ, ਉਹ ਪਲ ਅਸਲੀ ਪਲ ਹੁੰਦਾ ਜਿਸ ਪਲ ਵਿੱਚ ਆਪਾਂ ਜੀਂਦੇ ਹੋਏ, ਬਾਕੀ ਦੇ ਪਲ ਵਿੱਚ ਮੂਰਛਾ ਸੁੱਤੇ ਹੋਏ ਸੁਪਨੇ ਦੇਖ ਰਹੇ ਸਨ। ਉਸ ਪਲ ਵਿੱਚ ਜਦੋਂ ਗੁਰਬਾਣੀ ਆ ਕੇ ਵੱਜਦੀ ਤੇ ਆਪਾਂ ਸੁਰਜੀਤ ਹੁੰਦੇ,
और वो पल हौली 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 वधदे जांदे। उन्हां पलां दी मलकीयत ही आपां नूं गुरु दे कोल लैके जांदी। जिन्ने ज़्यादा फिर आपां जिन्ना ज़्यादा चिर उन्हां पलां दे विच रह सकांगे जिहदे विच गुरबाणी ते परमात्मा नूं महसूस करना ते परमात्मा नूं अंदर महसूस करना, वो पल सिर्फ आपां जींदे हाँ। The more of those moments we have, the more we move close to the Guru, and the more we move close to the vicinity of Anand. जिन्ने ज़्यादा अपने ये पल वधदे जांदे, जिन्ना लम्मा चिर आपां फिर उस हालत विच रह सकदे गुरबाणी दे नाल अंदर परमात्मा नूं महसूस करके, उन्ना लम्मा चिर ही आपां उन्ना ही आपां आनंद दे नेड़े हुंदे जांदे, गुरु दे नेड़े हुंदे। जानिया आनंद सदा गुर ते, किरपा करे प्यारे। तो फिर ये चीज़ आप नहीं महसूस कर सकते, गुरु जी दे ते मेहरबान होवे वो महसूस कराउंदा है जो गुरु दे अंदर आनंद ते सैरेनिटी, आनंद ते सहज, सहज आनंद हर साधु माहे। फिर हर जाने आनंद सदा गुर ते, कि गुरु हमेशा आनंद विच रहिंदा, किरपा करे प्यारे। किस तरह जानिया, जदों गुरु ने किरपा की मेरे ते उन्हें मेरे अंदर वो आनंद पाया। गुरु जी दे वल देखदा है मेहर दी निगाह नाल, उस मेहर दी निगाह विच वो आनंद, वो सहज है, वो अपने अंदर आ जाता है। हाँ जी, हिरदे ते जी, हिरदे ते आनंद पाया मेरी माए, सतगुरु मैं पाया, सतगुर तां पाया सहज सेती। सो सहज ते आनंद कट्ठे आउंदे हन। हाँ जी, सहजे आनंद दीपक की यारी, निभदी आखिर तुर तक वे, दोवें संत नानक कचड़ियां से तोड़, ढूंढ सज्जन संत पक्के। वो पक्के हुंदे जिहड़े सहज आनंद जिन्हां दे अंदर हुंदा। सहज ते आनंद ये संत संत हैं, गुरु नूं भी संत आख्या है। क्योंकि गुरु कोई शरीर नहीं है, शरीर नहीं है, उहदे अंदर वस रही वरत रही ताकत परमात्मा दी ओ गुरु। सहज आनंद ते दोवें संत हैं, परमात्मा गुरु, गुरु नूं संत। दोवें संत कौल दे पक्के, विच समाधि परपक वे। सहज आनंद दी हालतां पक्की समाधि, पक्की हुई समाधि दे विच ये हालतां पाईयां जांदी। जाने आनंद सदा गुर ते, सहजे आनंद दी होवे सोजी,
जे सतगुर सोबत करिए वे। सोबत आखदे संगत नूं। आपां आखदे ना कि वो फलाने दी सोबत नहीं चंगी। सोबत का मतलब हुंदा संगत। वट इज सहज आनंद कैन ओनली बी recognized by remaining in the company of the Guru. सहज आनंद जाने आनंद सदा गुर थे। हाँ जी। सहज आनंद दी होवे सोजी, जे सतगुर सोबत करिए। सहज आनंद दी होवे सोजी, जे सतगुर सोबत करिए। सहज आनंद दी होवे सोजी, जे सतगुर सोबत करिए। सहज आनंद हर साधु माहे। गुरु दे विच महाराज जी कहते गुरु दे आनंद हुंदे। आनंद सागर है अंदर गुरदा। सहज आनंद हर साधु माहे। महाराज जी कहते कि सहज ते आनंद एक सतगुरु दे अंदर हुंदे। सहज आनंद है साग। आनंद सागर है अंदर गुरु दा। आनंद दा सागर गुरु दे अंदर आनंद दा सागर है। पर जाने आनंद सदा गुर ते कृपा करे प्यारे। He is an ocean of bliss, but only if we can know, only if he becomes merciful at us and let us taste that. जाने आनंद सदा गुर ते जी कृपा करे प्यारे। कृपा। हाँ जी। आनंद सागर है अंदर गुरदा, करे मेहर ते दर्शन करिए। सहज आनंद दे दर्शन उन्हों महसूस करना। सहज आनंद नूं महसूस करना, उहदे दर्शन करना। आनंद सागर है अंदर गुरदा, करे मेहर ते दर्शन करिए। आनंद सागर है अंदर गुरदा, करे मेहर एक सज्जन जी दा नाम इश्क है। बहुता नहीं लमकाउणा नहीं जी।
ਤੁਰ ਗਏ ਅਮਾਏ ਪਿੰਡ ਅਗਲੇ, ਆਨੰਦ ਸਾਗਰ ਹੈ ਅੰਦਰ ਗੁਰਦਾ, करे मेहर ते दर्शन करिए। आनंद सागर है अंदर गुरदा, करे मेहर ते दर्शन करिए। आनंद सागर है अंदर गुरदा, कर्म होवे कोई विरला तांगे, तांगे में तो बहुत लंबा करते, कर्म होवे कोई विरला तांगे, ओ देवे तां अंदरों ठरिए। किरपा करे जाने आनंद सदा गुर ते, किरपा करे प्यारे जो प्यारा किरपा करे। किसी ਨੂੰ ਤਾਂਗ ਹੋਵੇ ਵਿਰਲਾ, rare one becomes restless, or in other words still enough. These two are totally contradictory words, but here in spirituality they mean, in this context they mean the same thing. A rare one who becomes restless to listen, to feel the bliss and serenity. A rare one who becomes still enough, silent enough, peaceful enough within to feel the bliss which the Guru is feeling. Then the Guru becomes merciful and let him taste that bliss. जाग कीजिए प्लीज, जाग के। कर्म होवे कोई विरला तांगे, ओ देवे तां अंदरों ठरिए। Then the Guru becomes merciful. We taste the bliss and become peaceful within. कर्म होवे कोई विरला जाने, ओ देवे तंदर ओ देवे तंदरों ठरिए। कर्म विरला तांगे, कर्म होवे कोई विरला तांगे, कर्म होवे कोई विरला तांगे. If one is blessed enough that he feels that profound longing
to be blissful, then the Guru becomes merciful and makes us blissful. Hanji. जी महाराज जी होरां ने पिछले 6 पौड़ियां विच पहलियां 5 पौड़ियां विच 2 बार इस गल दी ये गल दसी कि आनंद अनहद शब्द सुनना लाउंदा है जी. Out of the first 5 bodies of Anand Sahib, Maharaj has mentioned in 2 bodies, one full, that the bliss can only be had through listening to the Anahad Shabad. Anahad Shabad. Te Maharaj ji कहते फिर उचड़ी है माड़ड़ी है, फिर उचड़ी है माड़ड़ी है. माड़ी हुंदी जी बालकोनी या टैरिस कि परमात्मा उच्चे उच्चे बालकोनी वाले महलों में रहिंदा है. उच्चे बालकोनी वाले महलों च रहिंदा है. बालकोनियां, हाँ जी, बालकोनियां अखां कान नक रसना, ये बालकोनियां हैं. इस महल दे बालकोनियां बार बार होंदियां ना जी. हाउ ब्यूटीफुली Maharaj ji says that the divine dwells in a high mansion with balconies, with terraces. Balconies, this body is his mansion, and eyes and ears, nose, mouth, these are the balconies of that palace of his. फिर उचड़ी है माड़ड़ी है, तेहलो आसिर ताजा राम. मेरा पीर, मेरा मालिक, मेरा प्यारा परमात्मा वो उच्चे महलों विच माड़ियां वाले महल विच उच्चे महल च रहिंदा है. 3 लोकां दा राजा है. तेलोआ, हाँ जी, हाँ जी, आकाश पताल ते धरती. हों बिस्म पई देख गुणा. बिस्म हुंदा है आनंद. मैं आनंद विच आ गई हाँ. हों बिस्म पई देख गुणा, अनहद शब्द अगाजा राम. अनहद शब्द अगाजा. गज्जन का मतलब तो होंदा ना जी कि गजना, टू रेजोनेट. अगाजा का आगाज का मतलब होंदा आउणा. अनहद शब्द आया है, अनहद शब्द प्रगट होया है, अनहद शब्द मैनू सुन लगा है, तो मैं बिस्म, मैं आनंद विच हो गई. हाँ जी. हिरदे ते भी रखनी सुरती जी, ते नाल उपर सीस दे 4 चफेरे ये सुनना है जी. पहला सांसां की आवाज़ सुनूगी. ये असल विच 5 किस्म के साज वज रहे हैं.
ਜਿਹਨੂੰ ਮਹਾਰਾਜ ਜੀ ਗੁਰਬਾਣੀ ਵਿੱਚ ਬਹੁਤ ਜਗ੍ਹਾ ਆਉਂਦਾ ਹੈ। ਤੇ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਕਿ ਤੇਰਾ ਜਨ ਨਿਰਤ ਕਰੇ ਗੁਣ ਗਾਵੇ। ਕਹਿੰਦੇ ਕਿ ਜਦੋਂ ਉਹ ਗਾਉਂਦਾ ਹੈ ਗੁਰਬਾਣੀ ਤੇ ਉਹਦਾ ਅੰਦਰ ਨੱਚਦਾ ਹੈ, ਉਹਦਾ ਅੰਦਰ ਨੱਚਦਾ ਹੈ। ਤੇ ਨਾਚ ਦੇ ਨਾਲ, ਨਾਚ ਤਾਂ ਹੁੰਦਾ ਹੈ ਜੇ ਉਹਦੇ ਨਾਲ ਸੰਗੀਤ ਹੋਵੇ। ਸੰਗੀਤ ਤੋਂ ਬਿਨਾਂ ਨੱਚਣਾ ਹੁੰਦਾ ਨਹੀਂ ਜੀ। ਸੰਗੀਤ ਭਾਵੇਂ ਪਿੰਡਾਂ ਦੇ ਪੁਰਾਣੇ ਰਿਵਾਜ ਹੋਰ ਨਹੀਂ ਸੀ ਕੋਈ ਸੰਗੀਤ ਹੁੰਦਾ, ਪਰ ਤਾੜੀ, ਉਹ ਜੋ ਆਵਾਜ਼ ਨਿਕਲਦੀ ਸੀ, ਉਹ ਸੰਗੀਤ ਬਣਾਉਂਦਾ। ਸੰਗੀਤ ਦਾ ਹੋਣਾ ਜ਼ਰੂਰੀ। ਤੇਰਾ ਜਨ ਨਿਰਤ ਕਰੇ ਗੁਣ ਗਾਵੇ, ਰਬਾਬ ਪਖਾਵਜ ਤਾਲ ਘੁੰਗਰੂ ਅਨਹਦ ਸ਼ਬਦ ਵਜਾਵੇ। महाराज जी कहते कि अंदर रबाब और तबला, पखावज हुंदा जोड़ी तबला, घुंगरू, शंख ते बंसरी। रबाब, तबला, हाँ जी, घुंगरू नूं शैने भी आखदे, जो सांसां दी लफज आवाज़ आपां नूं सुनदी, जो शैणियां दी आवाज़ सुनदी। प्लीज़ listen very attentively. Around our head, first it would get listened near the ears, one ear or both the ears. बालकोनियाँ तो हाँ जी महाराज जी कहते अनहद शब्द गाजा बालकोनियाँ चो जी, पहला ही बालकोनियाँ चो सुनना है जी। हाउ ब्यूटीफुल। तेरा जन निरत करे गुण गावे। कहते गुरबाणी जदों गाउणी वो एवं सुक्की सुक्की नहीं गाउणी, अंदर अंदर डांस करे नाल। तेरा जन निरत करे गुण गावे, फिर उचड़िए माड़ड़िए तेह लोआ सिर ताजा राम। फिर उचड़िए माड़ड़िए तेह लोआ सिर ताजा राम। हाँ बिस्म पई देख गुणा अनहद शब्द अगाजा राम। रबाब, रबाब हुंदा तारां वाला, तारां वाला म्यूजिक। Please become fixed in listening to the Anand Shabad, very close to the ears. We cannot miss it if we are peaceful enough.
ਸਾਰਿਆਂ ਨੇ ਪਲੀਜ਼ ਇਕੱਠੇ ਗਾਉਣਾ। ਇੱਕ ਤਾਰਾ ਵੱਜਦਾ ਏ ਨੀ ਸਖੀਓ ਨੂਰ ਮਹਿਲ ਦੀ ਮਾੜੀ। ਨੂਰ ਮਹਿਲ ਫਿਰ ਉੱਚੜੀ ਹੈ ਮਾੜੜੀ ਹੈ। ਨੂਰ ਮਹਿਲ ਹੁੰਦਾ ਜਿਹਦੇ ਵਿੱਚ ਨੂਰ ਵਸੇ, ਜਿਹਦੇ ਵਿੱਚ ਪਰਮਾਤਮਾ ਵਸੇ। ਮਾੜੀ ਫਿਰ ਉੱਚੜੀ ਹੈ ਮਾੜੜੀ ਹੈ। ਮਾੜੀ ਬਾਲਕੋਨੀ। ਤੇ ਮਹਾਰਾਜ ਜੀ ਕਹਿੰਦੇ ਫਿਰ ਉੱਚੜੀ ਹੈ ਮਾੜੜੀ ਹੈ। ਅਨਹਦ ਸ਼ਬਦ ਹੈ ਗਾਜਰ। ਉੱਥੇ ਮਾੜੀ ਦੇ ਵਿੱਚ ਬਾਲਕੋਨੀਆਂ ਵਿੱਚ। He says, first you would get first you would listen the Anahad Shabad in the balconies. Balcony. Near the ears. And later on around other senses and then everywhere. ਇੱਕ ਤਾਰਾ ਵੱਜਦਾ ਏ ਨੀ ਸਖੀਓ ਨੂਰ ਮਹਿਲ ਦੀ ਮਾੜੀ। ਇੱਕ ਤਾਰਾ ਵੱਜਦਾ, ਕਾਲੀ ਨਹੀਂ ਕਰਨੀ, ਕਾਲੀ ਕਿਤੇ ਅੰਗਲ ਸਭ ਗੜਬੜ। ਇੱਕ ਤਾਰਾ ਵੱਜਦਾ ਏ ਨੀ ਸਖੀਓ ਨੂਰ ਮਹਿਲ ਦੀ ਮਾੜੀ। ਇੱਕ ਤਾਰਾ ਵੱਜਦਾ ਏ ਨੀ ਸਖੀਓ ਨੂਰ ਮਹਿਲ ਦੀ ਮਾੜੀ। ਇੱਕ ਤਾਰਾ ਵੱਜਦਾ ਏ ਨੀ ਸਖੀਓ ਨੂਰ ਮਹਿਲ ਦੀ ਮਾੜੀ। ਇੱਕ ਤਾਰਾ ਵੱਜਦਾ ਏ ਨੀ ਸਖੀਓ ਨੂਰ ਮਹਿਲ ਦੀ ਮਾੜੀ। ਇੱਕ ਤਾਰਾ ਵੱਜਦਾ ਏ ਨੀ ਸਖੀਓ ਨੂਰ ਮਹਿਲ ਦੀ ਮਾੜੀ। ਇੱਕ ਤਾਰਾ ਵੱਜਦਾ ਏ ਨੀ ਸਖੀਓ ਨੂਰ ਮਹਿਲ ਦੀ ਮਾੜੀ। ਇੱਕ ਤਾਰਾ ਵੱਜਦਾ ਏ ਨੀ ਸਖੀਓ ਨੂਰ ਮਹਿਲ ਦੀ ਮਾੜੀ। ਓ ਆਨੰਦ ਕਰ ਵਸਦਾ ਏ ਨੀ ਸਖੀਓ ਸਤਿਗੁਰ ਵਸੇ ਜਿਥਾਰੀ। ਜਿੱਥੇ ਸਤਿਗੁਰੂ ਵਸਦਾ ਉਹ ਆਨੰਦ ਉਹ ਇੱਥੇ ਵਸਦਾ ਹੈ। ਇੱਥੇ ਵਸਦਾ ਹੈ। ਗੁਰੂ dwells here in bliss. And wherever there is Anahad Shabad, there is bliss. ਉਹ ਆਨੰਦ ਕਰ ਵਸਦਾ ਏ ਨੀ ਸਖੀਓ ਸਤਿਗੁਰ ਵਸੇ ਜਿਥਾਰੀ। ਆਨੰਦ ਕਰ ਵਸਦਾ ਏ ਨੀ ਸਖੀਓ ਸਤਿਗੁਰ ਵਸੇ ਜਿਥਾਰੀ। ਆਨੰਦ ਕਰ ਵਸਦਾ ਏ ਨੀ ਸਖੀਓ ਸਤਿਗੁਰ ਵਸੇ ਜਿਥਾਰੀ। ਆਨੰਦ ਕਰ ਵਸਦਾ ਏ ਨੀ ਸਖੀਓ ਸਤਿਗੁਰ ਵਸੇ ਜਿਥਾਰੀ। ਆਨੰਦ ਕਰ ਵਸਦਾ ਏ ਨੀ ਸਖੀਓ ਸਤਿਗੁਰ ਵਸੇ ਜਿਥਾਰੀ। ਆਨੰਦ ਕਰ ਵਸਦਾ ਏ ਨੀ ਸਖੀਓ ਸਤਿਗੁਰ ਵਸੇ ਜਿਥਾਰੀ। ਆਨੰਦ ਕਰ ਵਸਦਾ ਏ ਨੀ ਸਖੀਓ ਸਤਿਗੁਰ ਵਸੇ ਜਿਥਾਰੀ। ਇੱਕ ਤਾਰਾ
ਤਾਰ ਵਾਲਾ ਸੰਗੀਤ, ਰਬਾਬ ਬਖਾਵਤ 'ਚ ਤਾਰ ਵਾਲਾ ਸੰਗੀਤ ਤੇ ਇੱਕ ਤਾਰ ਲਗਾਤਾਰ। We all are the consciousness। ਆਪਾਂ ਸਾਰੇ ਸੁਰਤੀਆਂ ਹਾਂ ਜੀ, ਸੁਰਤੀਆਂ ਤੇ ਲਗਾਤਾਰ ਇੱਕ ਰਬਾਬ ਵੱਜ ਰਹੀ। ਉਹ ਨੂਰ ਮਹਿਲ ਦੇ ਮਾੜੀ ਵਿੱਚ। String music is playing continuously in the terrace of this palace of his। ਇੱਕ ਤਾਰਾ ਵੱਜਦਾ ਏ ਨੀ ਸਖੀਓ ਨੂਰ ਮਹਿਲ ਦੀ ਮਾੜੀ। ਇੱਕ ਤਾਰਾ ਵੱਜਦਾ ਏ ਨੀ ਸਖੀਓ ਨੂਰ ਮਹਿਲ ਦੀ ਮਾੜੀ। ਇੱਕ ਤਾਰਾ ਵੱਜਦਾ ਏ ਨੀ ਸਖੀਓ ਨੂਰ ਮਹਿਲ ਦੀ ਮਾੜੀ। ਇੱਕ ਤਾਰਾ ਵੱਜਦਾ ਏ ਨੀ ਸਖੀਓ ਨੂਰ ਮਹਿਲ ਦੀ ਮਾੜੀ। ਇੱਕ ਤਾਰਾ ਵੱਜਦਾ ਏ ਨੀ ਸਖੀਓ ਨੂਰ ਮਹਿਲ ਦੀ ਮਾੜੀ। ਇੱਕ ਤਾਰਾ ਵੱਜਦਾ ਏ ਨੀ ਸਖੀਓ ਨੂਰ ਮਹਿਲ ਦੀ ਮਾੜੀ। ਇੱਕ ਤਾਰਾ ਵੱਜਦਾ ਏ ਨੀ ਸਖੀਓ ਨੂਰ ਮਹਿਲ ਦੀ ਮਾੜੀ। ਇੱਕ ਤਾਰਾ ਵੱਜਦਾ ਏ ਨੀ ਸਖੀਓ ਨੂਰ ਮਹਿਲ ਦੀ ਮਾੜੀ। ਮਿਹਰਬਾਨੀ ਮਿਹਰਬਾਨੀ ਵਾਹਿਗੁਰੂ ਜੀ। ਬਾਹਰ ਵਾਲੀ ਸੰਗਤ ਤੇ ਇੱਥੇ ਇੰਡੀਆ 'ਚ ਵੀ ਜੀ ਸਾਰੇ ਲੋਕਡਾਊਨ ਹੈ ਤੇ ਪਲੀਜ਼ ਸਾਰਿਆਂ ਨੇ ਵਿਟਾਮਿਨਸ A, C ਅਤੇ D ਜ਼ਰੂਰ ਲੈਂਦੇ ਰਹਿਣਾ। ਔਰ ਸਵੇਰੇ ਖਾਲੀ ਪੇਟ ਨਾਸ਼ਤੇ ਤੋਂ ਅੱਧਾ ਘੰਟਾ ਪਹਿਲਾਂ ਛੋਟਾ ਚਮਚਾ ਹਲਦੀ ਦਾ ਪਹਿਲਾਂ ਗਲਾਸ ਵਿੱਚ ਪਾ ਕੇ ਉੱਪਰ ਗਰਮ ਪਾਣੀ, ਜ਼ਿਆਦਾ ਨਹੀਂ ਲੈਣੀ ਜੀ, ਕਿਉਂਕਿ ਆਪਾਂ ਵੈਸੇ ਵੀ ਆਪਣੇ ਖਾਣੇ ਵਿੱਚ ਹਲਦੀ ਹੁੰਦੀ ਦਾਲ ਸਬਜ਼ੀ ਵਿੱਚ, ਅਤੇ ਉਹ ਜ਼ਰੂਰ ਨਾਸ਼ਤੇ ਤੋਂ ਅੱਧਾ ਘੰਟਾ ਪਹਿਲਾਂ ਖਾਲੀ ਪੇਟ ਲੈਣੀ। ਔਰ ਉਹ ਜੋ ਚੀਜ਼ਾਂ ਲਿਖ ਕੇ ਦਿੱਤੀਆਂ ਸੀ ਉਹਨਾਂ ਵਿੱਚੋਂ ਜਿੰਨੀਆਂ ਮਿਲ ਸਕਣ ਉਹ ਜ਼ਰੂਰ ਕਾੜ ਕੇ ਪੀਣੀਆਂ। ਗਰਮ ਪਾਣੀ ਪੀਂਦੇ ਰਹਿਣਾ ਅਤੇ ਬਿਲਕੁਲ ਸ਼ਾਂਤ ਰਹਿਣਾ, ਬਾਣੀ ਨਾਲ ਅੰਦਰ ਭਰਿਆ ਰਵੇ, ਆਨੰਦ ਵਿੱਚ ਆਪਾਂ ਰਹਿਣਾ ਅਤੇ ਕੋਈ ਫਿਕਰ ਵਾਲੀ ਕੋਈ ਗੱਲ ਹੀ ਨਹੀਂ। ਹਾਂਜੀ, ਦੇਰ ਇਜ਼ ਨਥਿੰਗ ਟੂ ਵਰੀ ਅਬਾਊਟ। ਅਤੇ ਭਾਗਾਂ ਵਾਲੇ ਦਿਨ ਇਹਨਾਂ ਨੂੰ ਭਾਗਾਂ ਵਾਲੇ ਸਮਝਣਾ ਅਤੇ ਅਹਿਸਾਨਮੰਦ ਹੋਣਾ। ਬਹੁਤ ਬੀਬੇ ਸੀ, ਬਹੁਤ ਬੀਬੇ। ਮਿਹਰਬਾਨੀ ਮਿਹਰਬਾਨੀ ਵਾਹਿਗੁਰੂ। ਸੋਰਠ ਮਹੱਲਾ ਪੰਜਵਾਂ। ਹਾਂਜੀ, ਹੁਣ ਸਾਰੀ ਸੰਗਤ ਆਪਾਂ ਥਰੂ ਆਊਟ ਦਾ ਵਰਲਡ ਸਾਰੇ ਆਪਾਂ ਪਰਮਾਤਮਾ ਅੱਗੇ ਅਰਦਾਸ ਕਰਨੀ, ਜਿਹਦੇ 'ਚ ਮਹਾਰਾਜ ਜੀ ਕਹਿੰਦੇ ਅਰਦਾਸ ਸੁਣੀ ਭਗਤ ਆਪਣੇ ਕੀ, ਸਭ ਜੀ ਪਿਆ ਰਖਵਾਲ ਕਿਰਪਾਲਾ। ਅਤੇ ਕਹਿੰਦੇ ਉਹ ਭਗਤਾਂ ਦੀ ਅਰਦਾਸ ਸੁਣਦਾ
ਤੇ ਸਾਰੀ ਦੁਨੀਆ ਤੇ ਕਿਰਪਾ ਕਰਦਾ। ਫਿਰ ਹਾਂਜੀ, ਦਿਲੋਂ ਕਰਨੀ ਜੀ, ਦਿਲੋਂ ਅਰਦਾਸ। ਸੋਰਠ ਮਹੱਲਾ ਪੰਜਵਾਂ। ਸਦਾ ਸਦਾ ਹਰ ਜਾਪੇ, ਪ੍ਰਭ ਨਾਨਕ ਰਾਖੇ ਆਪੇ। ਸੀਤਲਾ ਠਾਕ ਰਹਾਈ, ਬਿਗਨ ਗਏ ਹਰ ਨਾਈ। ਮੇਰਾ ਪ੍ਰਭ ਹੁਆ ਸਦਾ ਦਇਆਲਾ, ਅਰਦਾਸ ਸੁਣੀ ਭਗਤ ਆਪਣੇ ਕੀ। ਸਭ ਜੀ ਪਿਆ ਕਿਰਪਾਲਾ ਰਹਾਉ। ਪ੍ਰਭ ਕਰਨ ਕਾਰਨ ਸਮਰਾਥਾ, ਹਰ ਸਿਮਰਤ ਸਭ ਦੁੱਖ ਲਾਥਾ। ਆਪਣੇ ਦਾਸ ਕੀ ਸੁਣੀ ਬੇਨੰਤੀ, ਸਭ ਨਾਨਕ ਸੁਖ ਸੁਵੰਤੀ। ਵਾਹਿਗੁਰੂ।